सतगुर सेविए अपना पाइए नाम अपार भौजल डुबदियां कट लए हारे दात करे दातार सतगुर मेरा बेमुहताज सतगुर मेरे सच्चा साज सतगुर मेरा सबस का दाता सतगुर मेरा पुरख विदाता गुर जैसा नाही को देव जिस मस्तक भाग सो लगा सेव आनंद गुणी निधान गुरु गरीब निवाज गरीब निवाज गरीब निवाज नित्य उठेगा प्रभ की बाणी नित्य उठेगा प्रभ की बाणी बेनती है भाई सारिया संगतां
ਸਤਿਗੁਰ ਪੂਰੈ ਨਾਮ ਲਿਆ। ਆਨੰਦ ਮੰਗਲ ਕਲਿਆਣ ਸਦਾ ਸੁਖ, ਕਾਰਜ ਸਗਲਾ ਰਾਸ ਲਿਆ ਰਹਾਉ। ਚਰਨ ਕਮਲ ਗੁਰ ਕੀ ਮਨ ਬੂਠੇ, ਦੁਖ ਦਰਦ ਭਰਮ ਬਿਨਸੇ ਝੂਠੇ। ਨਿਤ ਉਠ ਗਾਵਹੁ ਪ੍ਰਭ ਕੀ ਬਾਣੀ, ਆਠ ਪਹਿਰ ਹਰਿ ਸਿਮਰਹੁ ਪ੍ਰਾਣੀ। ਘਰ ਬਾਹਰ ਪ੍ਰਭ ਸਭਨੀ ਥਾਈ, ਸੰਗ ਸਹਾਈ ਜੈ ਹੋਂ ਜਾਈ। ਜੋ ਕਰ ਜੋੜ ਕਰੀ ਅਰਦਾਸ, ਸਦਾ ਜਪੇ ਨਾਨਕ ਗੁਣ ਤਾਸ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਐ ਬੰਦੇ ਤੂੰ ਬੰਦਾ ਹੀ ਤਾਂ ਹੈ ਜੇ ਬੰਦਗੀ ਕਰੇ। ਜੋ ਸਤਿਗੁਰੂ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਸਤਿਗੁਰੂ ਪਾਤਸ਼ਾਹ ਦਾ ਓਟ ਆਸਰਾ ਲੈਂਦੇ ਹੋਏ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਜੋ ਆਪਾਂ ਪ੍ਰਭਾਤ ਫੇਰੀ ਦਾ ਆਯੋਜਨ ਕੀਤਾ ਹੈ, ਤੋ ਉਸ ਸਤਿਗੁਰੂ ਪਾਤਸ਼ਾਹ ਜੀ ਦੇ ਉਪਦੇਸ਼ ਕੀ ਨੇ, ਬਾਣੀ ਵਿੱਚ ਆਪਾਂ ਨੂੰ ਕਹਿ ਕੇ ਕੀ ਗਏ ਨੇ, ਉਸ ਬਾਰੇ ਸੰਖੇਪ ਦੇ ਵਿੱਚ ਜੋ 5-4 ਦਿਨ ਦਾ ਸਮਾਂ ਮਿਲਿਆ ਹੈ ਆਪਾਂ ਸੰਖੇਪ ਵਿਚਾਰਨ ਕਰੀਏ। ਤੋ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਆਪਣੇ ਉਪਦੇਸ਼ਾਂ ਵਿੱਚ 3 ਉਪਦੇਸ਼ ਪਾਤਸ਼ਾਹ ਨੇ ਜਗਤ ਨੂੰ ਦਿੱਤੇ। ਪਾਤਸ਼ਾਹ ਕਹਿੰਦੇ ਕਿਰਤ ਕਰੋ। ਪਹਿਲੇ ਨੰਬਰ ਤੇ ਹੈ ਕਿਰਤ ਕਰਨੀ। ਜੇ ਬੰਦਾ ਕਿਰਤ ਕਰਦਾ ਹੋਵੇਗਾ ਤੋ ਸਰੀਰ ਹੈ ਸੰਸਾਰ ਦੇ ਵਿੱਚ ਇਹਨੇ ਰਹਿਣਾ ਹੈ। ਸਰੀਰ ਨੂੰ ਪਾਉਣ ਨੂੰ ਕੱਪੜਾ ਵੀ ਚਾਹੀਦਾ ਹੈ, ਖਾਣ ਨੂੰ ਭੋਜਨ ਵੀ ਚਾਹੀਦਾ ਹੈ, ਸਿਰ ਢੱਕਣ ਨੂੰ ਛੱਤ ਵੀ ਚਾਹੀਦੀ ਹੈ। ਤੋ ਕਿਰਤ ਕਰਾਂਗੇ, ਜੋ 4 ਪੈਸੇ ਕੋਲੇ ਹੋਣਗੇ ਇਹਨਾਂ ਚੀਜ਼ਾਂ ਦੀ ਪੂਰਤੀ ਮਨੁੱਖ ਕਰ ਸਕੇਗਾ। ਮਾਇਆ ਗੁਜਰਾਨ ਹੈ। ਜੋ ਸਤਿਗੁਰੂ ਪਾਤਸ਼ਾਹ ਤੋਂ ਪਹਿਲੇ ਆਏ ਨੇ, ਕਿਸੇ ਨੇ ਭਿਕਸ਼ੂ ਬਣਾ ਦਿੱਤੇ, ਕਿਸੇ ਨੇ ਜੋਗੀ ਬਣਾ ਦਿੱਤੇ, ਜਿਨ੍ਹਾਂ ਦਾ ਕੰਮ ਸੀ ਗ੍ਰਸਤੀਆਂ ਨੂੰ ਭੰਡਣਾ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਤੋਂ ਪਦਾਰਥ ਮੰਗਣੇ। ਗ੍ਰਸਤੀਆਂ ਨੂੰ ਭੰਡ ਰਹੇ ਨੇ। ਗ੍ਰਸਤ ਮਾੜਾ ਹੈ, ਗ੍ਰਸਤੀ ਮਾੜੇ ਨੇ, ਸੰਸਾਰ ਨੂੰ ਤਿਆਗ ਕੇ ਮੁਕਤੀ ਹੋਏਗੀ। ਪਰ ਉਹਨਾਂ ਨੂੰ ਭੰਡਦੇ ਹੋਏ ਉਹਨਾਂ ਦੇ ਘਰਾਂ ਦੇ ਵਿੱਚ ਵੀ ਜਾ ਕੇ ਮੰਗ ਰਹੇ ਨੇ। ਤੇ ਗੁਰੂ ਪਾਤਸ਼ਾਹ ਨੇ ਜੋ ਇਸ ਜੀਵ ਨੂੰ ਉਪਦੇਸ਼ ਕੀ ਦਿੱਤਾ, ਉਹ ਕਹਿੰਦੇ ਪੈਨੰਦਿਆਂ ਹਸੰਦਿਆਂ ਖਲੰਦਿਆਂ, ਪੈਨੰਦਿਆਂ ਖਲੰਦਿਆਂ ਵਿੱਚੇ ਹੋ ਗਏ ਮੁਕਤ। ਇਹ ਭਾਈ ਹੱਸਦਾ ਖੇਡਦਾ ਖਾਂਦਾ ਪਹਿਨਦਾ ਜੋ ਤੂੰ ਸੰਸਾਰ ਦੇ ਵਿੱਚ ਰਹਿ ਕੇ ਮੁਕਤ ਹੋ ਸਕਦਾ ਹੈ। ਜਿਵੇਂ ਜੋ ਇਸ ਜੀਵ ਦੇ ਸਰੀਰ ਨੂੰ ਇੱਕ ਕਿਸ਼ਤੀ ਕਹਿ ਲਈਏ, ਬੇੜੀ ਕਹਿ ਲਈਏ। ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ ਹੈ। ਉਹ ਕਹਿੰਦੇ ਜਿਵੇਂ ਬੇੜੀ ਹੈ ਉਹ ਪਾਣੀ ਵਿੱਚ ਹੀ ਚੱਲ ਸਕਦੀ ਹੈ, ਉਹਦਾ ਆਧਾਰ ਜਿਹੜਾ ਹੈ ਪਾਣੀ ਹੀ ਹੈ। ਪਾਣੀ ਵਿੱਚੋਂ ਬੇੜੀ ਚੱਲ ਸਕਦੀ ਹੈ। ਪਾਣੀ ਤੋਂ ਬਾਹਰ ਕੱਢ ਦਈਏ ਤਾਂ ਵੀ ਉਹਨੇ ਚੱਲਣਾ ਨਹੀਂ। ਪਾਣੀ ਤੋਂ ਬਾਹਰ ਕੱਢ ਕੇ ਉਹਨੂੰ ਰੇਤੇ ਤੇ ਰੱਖ ਦਿੰਦੇ ਹਾਂ ਕਿਸ਼ਤੀ ਨੂੰ, ਜਿੰਨੇ ਮਰਜ਼ੀ ਚੱਪੂ ਮਾਰੀ ਚੱਲੀਏ ਉਹ ਚੱਲੇਗੀ ਨਹੀਂ। ਦੂਜਾ ਹੈ ਜੇ ਪਾਣੀ ਦੇ ਵਿੱਚ ਉਹਨੂੰ ਡੁਬੋ ਕੇ ਰੱਖ ਦਈਏ, ਉਸ ਕਿਸ਼ਤੀ ਦੇ ਵਿੱਚ ਪਾਣੀ ਪਾ ਦਈਏ, ਡੁਬੋ ਕੇ ਰੱਖ ਦਈਏ ਪਾਣੀ ਦੇ ਵਿੱਚ, ਨਹਿਰ ਵਿੱਚ ਉਹਨੂੰ, ਫਿਰ ਵੀ ਉਹ ਅੱਗੇ ਨਹੀਂ ਵਧੇਗੀ। ਤਾਂ ਸਤਿਗੁਰੂ ਪਾਤਸ਼ਾਹ ਜੀ ਉਦਾਹਰਣ ਵਿੱਚ ਭਾਈ ਸਾਹਿਬ ਜੀ ਕੀ ਸਮਝਾਉਂਦੇ ਨੇ, ਕਹਿੰਦੇ ਰਹਿਣਾ ਵੀ ਪਾਣੀ ਵਿੱਚ ਹੈ ਤੇ ਰਹਿਣਾ ਵੀ ਪਾਣੀ ਤੋਂ ਨਿਰਲੇਪ ਹੈ। ਕਿਵੇਂ? ਪਾਤਸ਼ਾਹ ਕਹਿੰਦੇ ਜਿਉਂ ਕਮਲ ਰਹੇ ਵਿੱਚ ਪਾਣੀ ਹੈ। ਜਿਵੇਂ ਕਮਲ ਦਾ ਫੁੱਲ ਹੈ ਪਾਣੀ ਵਿੱਚ ਚਿੱਕੜ ਵਿੱਚ ਉੱਗਦਾ ਹੈ, ਪਰ ਆਪਣੇ ਪੰਖੜੀਆਂ ਨੇ ਉਹਨਾਂ ਨੂੰ ਪਾਣੀ ਵਿੱਚ ਲਿਬੜਨ ਨਹੀਂ ਦਿੰਦਾ, ਖਰਾਬ ਨਹੀਂ ਹੋਣ ਦਿੰਦਾ। ਮੁਰਗਾਬੀ ਪਾਣੀ ਵਿੱਚ ਰਹਿੰਦੀ ਹੈ, ਪੰਖ ਨਹੀਂ ਭਿੱਜਣ ਦਿੰਦੀ। ਇਸੇ ਤਰ੍ਹਾਂ ਇਹ ਸਰੀਰਕ ਕਿਸ਼ਤੀ ਹੈ। ਸਿਮਰਨ ਦੇ ਚੱਪੂ ਮਾਰ ਮਾਰ ਕੇ, ਸੇਵਾ ਤੇ ਸਿਮਰਨ ਦੇ 2 ਚੱਪੂ ਨੇ, ਇਹ ਮਾਰ ਮਾਰ ਕੇ ਸੁਭਾਵ ਸਾਗਰ ਤੋਂ ਜਾਣਾ ਹੈ ਪਾਰ। ਜੇ ਕਿਸ਼ਤੀ ਪਾਣੀ ਵਿੱਚ ਡੁੱਬ ਗਈ, ਭਾਵ ਸੰਸਾਰ ਤੋਂ, ਸੰਸਾਰ ਦੇ ਜਿਹੜੇ ਪਦਾਰਥ ਨੇ ਉਹਨਾਂ ਦੇ ਵਿੱਚ ਹੀ, ਸੰਸਾਰ ਦੇ ਚਸਕੇ ਨੇ ਉਹਨਾਂ ਦੇ ਵਿੱਚ ਹੀ ਉਲਝ ਕੇ ਰਹਿ ਗਈ, ਭਾਵ ਡੁੱਬ ਗਈ ਸੰਸਾਰਕ ਚਸਕਿਆਂ ਵਿੱਚ, ਤਾਂ ਵੀ ਇਹ ਪਾਰ ਨਹੀਂ ਹੋ ਸਕੇਗੀ। ਤੇ ਜੇ ਸੰਸਾਰ ਨੂੰ ਛੱਡ ਕੇ
ਨਿਰਲੇਪ ਹੋ ਕੇ ਬਹਿ ਗਏ, ਪਹਾੜਾਂ ਦੀਆਂ ਕੁਦਰਾਂ 'ਚ ਵੜ ਕੇ ਮੰਗਤੇ ਬਣ ਕੇ ਲੋਕਾਂ ਦੇ ਘਰੇ ਮੰਗਣ ਤੁਰਦੇ ਰਹੇ। ਤਾਂ ਪਾਤਸ਼ਾਹ ਕਹਿੰਦੇ ਕਿ ਜੀਵਨ ਦੀ ਜਿਹੜੀ ਕਿਸ਼ਤੀ ਹੈ ਇਹ ਆਈ ਹੈ ਜਿਵੇਂ ਨੂੰ ਕੱਢ ਕੇ ਰੇਤੇ ਵਿੱਚ ਰੱਖ ਦਿੱਤੀ। ਮਨੁੱਖ ਦੇ ਮਨ ਨੂੰ ਸਦਾ ਹੀ ਰਹਿੰਦਾ ਹੈ ਫਲਾਨੀ ਚੀਜ਼ ਵਿੱਚ ਪਤਾ ਨਹੀਂ ਕੀ ਰਸ ਹੋਏਗਾ, ਕੀ ਰਸ ਹੋਏਗਾ। ਇਸ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਉਪਦੇਸ਼ ਕੀ ਦਿੱਤਾ ਹੈ? ਬਾਬੇ ਨਾਨਕ ਦਾ ਪਹਿਲਾ ਉਪਦੇਸ਼ ਹੈ, ਕਹਿੰਦੇ ਬੰਦਿਓ ਕਿਰਤ ਕਰੋ, ਕਿਰਤ ਕਰਿਓ। ਦੋ ਪੈਸੇ ਤੁਹਾਡੇ ਕੋਲੇ ਹੋਣਗੇ, ਮੰਗਣ ਦੇ ਲਈ ਕਿਸੇ ਦੇ ਅੱਗੇ ਹੱਥ ਨਹੀਂ ਅੱਡਣੇ ਪੈਣਗੇ। ਬਾਬਾ ਕਹਿੰਦਾ ਮੇਰਾ ਜਿਹੜਾ ਸਿੱਖ ਹੈ ਉਹ ਮੰਗਦਾ ਨਹੀਂ, ਉਹ ਤੋਂ ਦਾਤਾ ਹੈ। ਕਿਰਤ ਕਰੋ, ਫਿਰ ਕਹਿੰਦੇ ਨਾਮ ਜਪੋ। ਪਹਿਲਾਂ ਕਿਰਤ ਕਰੋਗੇ, ਲੋੜਾਂ ਦੀ ਪੂਰਤੀ ਹੋਏਗੀ, ਕਿਸੇ ਚੀਜ਼ ਦਾ ਫਿਕਰ ਨਹੀਂ ਹੋਏਗਾ। ਆਨੰਦ ਵਿੱਚ ਬਹਿ ਕੇ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪ ਸਕੋਗੇ। ਨਾਮ ਜਪੋਗੇ, ਸਾਰਿਆਂ ਵਿੱਚ ਰੱਬ ਦਿਸੇਗਾ, ਸਾਰੇ ਹੀ ਆਪਣੇ ਲੱਗਣਗੇ, ਫਿਰ ਉਹਨਾਂ ਨੂੰ ਵੰਡ ਕੇ ਵੀ ਛਕਿਆ ਜਾਂਦਾ ਹੈ। ਉਹਨੂੰ ਹੀ ਜੀਵ ਚੀਜ਼ ਦੇ ਸਕਦਾ ਹੈ ਜਿਹਦੇ ਨਾਲ ਪ੍ਰੇਮ ਹੋਏ। ਤਾਂ ਬਾਬਾ ਜੀ ਕਹਿੰਦੇ ਜਦੋਂ ਸਿਮਰਨ ਕਰੋਗੇ, ਨਾਮ ਜਪੋਗੇ, ਤਾਂ ਤੁਹਾਡੇ ਅੰਦਰ ਸਮਦ੍ਰਿਸ਼ਟੀ ਪੈਦਾ ਹੋਏਗੀ। ਕਿਵੇਂ ਦੀ ਸਮਦ੍ਰਿਸ਼ਟੀ? ਜਿਵੇਂ ਭਾਈ ਕਨ੍ਹਈਆ ਦੇ ਜੋ ਹਿਰਦੇ ਵਿੱਚ ਪੈਦਾ ਹੋਈ ਸੀ। ਉਹ ਕਹਿੰਦੇ ਨਾਨਕੋ ਬੈਰੀ ਨਹੀਂ ਬਗਾਨਾ ਸਗਲ ਸੰਗ ਹਮ ਕੋ ਬਣਿਆ। ਉਹ ਕਹਿੰਦੇ ਕੋਈ ਮੇਰਾ ਵੈਰੀ ਨਹੀਂ ਹੈ, ਕੋਈ ਮੇਰਾ ਬਗਾਨਾ ਨਹੀਂ ਹੈ, ਸਾਰੇ ਮੈਨੂੰ ਇੱਕੋ ਜਿਹੇ ਦਿੰਦੇ ਨੇ। ਬਾਬੇ ਜੀ ਨੂੰ, ਗੁਰੂ ਗੋਬਿੰਦ ਸਿੰਘ ਜੀ ਨੂੰ ਜਾ ਕੇ ਸ਼ਿਕਾਇਤ ਲਾਤੀ ਕਿਸੇ ਨੇ। ਇਤਿਹਾਸ ਤੋਂ ਆਪ ਜਾਣੂ ਹੋ, ਕਈ ਵਾਰ ਇੱਕ ਸਾਖੀ ਸੁਣਾਈ ਹੈ ਕਿ ਪਾਤਸ਼ਾਹ ਦੁਸ਼ਮਣਾਂ ਨੂੰ ਪਾਣੀ ਪਿਆਉਂਦਾ। ਜਦੋਂ ਪਾਤਸ਼ਾਹ ਜੀ ਨੇ ਸੱਦਿਆ, ਕਹਿੰਦੇ ਭਾਈ ਦੁਸ਼ਮਣਾਂ ਨੂੰ ਪਾਣੀ ਪਿਆਉਣਾ। ਤੋ ਭਾਈ ਕਨ੍ਹਈਆ ਜੀ ਕਹਿੰਦੇ ਪਾਤਸ਼ਾਹ ਮੈਂ ਤਾਂ ਤੈਨੂੰ ਪਾਣੀ ਪਿਆਉਣਾ, ਜਿਹੜੇ ਭੇਸ ਦੇ ਵਿੱਚ ਮੇਰੇ ਤੋਂ ਪਾਣੀ ਮੰਗ ਲੈਣਾ ਮੈਂ ਮਸ਼ਕ ਖੋਲ ਦੇਣਾ, ਮੈਂ ਤਾਂ ਕਿਸੇ ਨੂੰ ਪਾਣੀ ਪਿਆਉਂਦਾ ਹੀ ਨਹੀਂ ਤੇਰੇ ਤੋਂ ਬਿਨਾਂ। ਸਭ ਕੁਛ ਤੂੰ ਹੈ ਮੇਰੇ ਪਿਆਰੇ, ਤੁਝ ਬਿਨ ਅਵਰ ਨਾ ਕੋਈ ਹਰੇ। ਇਹ ਦ੍ਰਿਸ਼ਟੀ ਉਦੋਂ ਪੈਦਾ ਹੁੰਦੀ ਹੈ ਜਦੋਂ ਮਨੁੱਖ ਉਸ ਪਰਮੇਸ਼ਰ ਵਾਹਿਗੁਰੂ ਪਰਮਾਤਮਾ ਜੀ ਦੇ ਲੜ ਲੱਗ ਕੇ ਉਹਦਾ ਸਿਮਰਨ ਬੰਦਗੀ ਕਰਕੇ ਜੋ ਉਹਦੇ ਵਰਗਾ ਸੁਭਾਅ ਬਣਾ ਲੈਂਦਾ ਹੈ। ਵਾਹਿਗੁਰੂ ਬਖਸ਼ਿਸ਼ ਕਰਦੇ ਨੇ ਆਪਣੇ ਵਰਗਾ ਸੁਭਾਅ, ਫਿਰ ਸਾਰਿਆਂ ਦੇ ਵਿੱਚ ਉਸ ਨੂੰ ਪਰਮ ਪਿਤਾ ਪਰਮਾਤਮਾ ਹੀ ਦੱਸਦੇ ਨੇ ਤੇ ਉਹ ਹੋਰ ਕਿਸੇ ਨੂੰ ਨਹੀਂ ਦਿੰਦਾ। ਦਾਤੇ ਤੋਂ ਦਾਤਾ ਲੈ ਕੇ ਉਹਦੇ ਵਿੱਚ ਹੀ ਵਰਤਾਈ ਦਿੰਦਾ, ਦਾਤੇ ਤੋਂ ਦਾਤਾ ਦਿੰਦਾ। ਜਿੰਨੀਆਂ ਦਾਤਾਂ ਵਾਧੂ ਦਿੰਦਾ, ਉਨੀਆਂ ਪ੍ਰਭੂ ਦੇ ਬੰਦਿਆਂ ਵਿੱਚ ਹੀ ਵੰਡ ਦਿੰਦਾ ਹੈ। ਸੋ ਪਾਤਸ਼ਾਹ ਕਹਿੰਦੇ ਕਿਰਤ ਕਰੋ, ਫਿਰ ਨਾਮ ਜਪੋਗੇ, ਸੰਤੁਸ਼ਟੀ ਹੋਏਗੀ, ਵੰਡ ਕੇ ਛਕੋਗੇ। ਇਹ ਦਾਤੇ ਵਾਲਾ ਗੁਣ ਹੈ। ਜਿਸ ਤਰ੍ਹਾਂ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਰਤਾਰਪੁਰ ਵਿਖੇ ਵਿਰਾਜਮਾਨ, ਕਰਤਾਰਪੁਰ ਵਿਖੇ ਪਾਤਸ਼ਾਹ ਜੀ ਨੇ ਕਹਿੰਦੇ ਜੋ ਕਹਿ ਸੰਸਾਰੀ ਕੱਪੜੇ ਮੰਜੀ ਬੈਠ ਗਿਆ ਅਵਤਾਰਾ। ਜੋ ਦਾਸੀ ਕੱਪੜੇ ਲਾਤੇ, ਸੰਸਾਰੀ ਕੱਪੜੇ ਪਾ ਲਏ, ਹਲ ਵਾਹਿਆ, ਖੇਤੀ ਕੀਤੀ, ਕਰਤਾਰਪੁਰ ਵਿਖੇ ਮੁੱਲ ਜ਼ਮੀਨ ਖਰੀਦੀ। ਜੋ 750 ਬਰੱਬਾ ਰਾਏ ਬਲਾਰ ਜੀ ਨੇ ਦਾਨ ਕੀਤੀ ਸੀ, ਉਹਦੇ ਵਿੱਚ ਖੇਤੀ ਨਹੀਂ ਕਰਦੇ, ਮੁੱਲ ਖਰੀਦ ਕੇ ਜੋ ਉੱਥੇ ਖੇਤੀ ਕੀਤੀ ਹੈ ਕਰਤਾਰਪੁਰ ਵਿਖੇ। ਜੋ ਉੱਥੇ ਪਾਤਸ਼ਾਹ ਜੀ ਖੇਤੀ ਕਰਦੇ ਨੇ, ਬੇਅੰਤ ਸੰਗਤਾਂ ਜੁੜਦੀਆਂ ਨੇ। ਜੋ ਹੱਥੀਂ ਕਿਰਤ ਕਰਦੇ ਨੇ, ਸਰੀਰਕ ਜੁੱਸੇ ਬੜੇ ਨੇ, ਤਕੜੇ ਨੇ। ਗੁਰੂ ਪਾਤਸ਼ਾਹ ਜੀ ਤੇ ਉਹਨਾਂ ਦੇ ਸਿੱਖ ਵੀ ਤੇ ਜੋਗੀ ਆ ਗਏ ਪਾਤਸ਼ਾਹ ਜੀ ਦੇ ਪਾਸ। ਉਹਨਾਂ ਨੂੰ ਪਤਾ ਲੱਗਿਆ ਬਾਬਾ ਨਾਨਕ ਸਾਨੂੰ ਹਰਾ ਕੇ ਹੁਣ ਕਰਤਾਰਪੁਰ ਵਿਖੇ ਬੈਠਾ ਹੈ। ਉੱਥੇ ਗੱਦੀ ਲਾ ਕੇ ਉਪਦੇਸ਼ ਕਰਦਾ। ਉੱਥੇ ਚੱਲ ਗਏ, ਬਾਬੇ ਨੂੰ ਹਰਾਈਏ, ਸਾਡੀ ਬੇਇੱਜ਼ਤੀ ਕਰਕੇ ਗਿਆ ਸੀ ਸਮੀਰ ਪਰਬਤ ਤੇ, ਸਾਨੂੰ ਗਿਆਨ ਗੋਸ਼ਟੀ ਵਿੱਚ ਹਰਾ ਕੇ ਗਿਆ ਸੀ। ਇੱਕ ਦਫਾ ਹੋਰ ਦੇਖੀਏ, ਸ਼ਾਇਦ ਉਹਨੂੰ ਹਰਾ ਸਕੀ। ਆਪਣੀ ਪੂਰੀ ਤਿਆਰੀ ਵਿੱਚ ਆਏ, ਆ ਕੇ ਕੀ ਕਹਿੰਦੇ ਨੇ, ਬਾਬਾ ਜੀ ਖੇਤ ਵਿੱਚ ਗਏ ਹੋਏ ਨੇ, ਹਲ ਵਾਹੀ ਜਾ ਰਹੇ ਨੇ। ਇਕੱਲਾ ਬਾਬਾ ਜੀ ਵੀ ਨਹੀਂ, ਹੋਰ ਵੀ ਬੇਅੰਤ ਸਿੱਖ ਬਲਦਾਂ ਨਾਲ ਹਲ ਵਾਹੁੰਦੇ ਨੇ। ਉਹ ਬਹਿ ਗਏ, ਬਾਬਾ ਜੀ ਕੰਮ ਕਰਕੇ ਆਏ, ਨਾਲ ਗੁਰੂ ਕੇ ਸਿੱਖ ਨੇ ਤੇ ਸਤਿਗੁਰੂ ਪਾਤਸ਼ਾਹ ਜੀ ਨੂੰ ਨਮਸਕਾਰ ਕਰਕੇ ਵਿਚਾਰਾਂ ਕਰਨ ਲੱਗੇ ਬਾਬੇ ਨਾਨਕ ਜੀ ਦੇ ਨਾਲ ਜੋਗੀ। ਤੇ ਆ ਕੇ ਜੋ ਗੁਰੂ ਕੇ ਸਿੱਖਾਂ ਦੇ ਸਰੀਰ ਦੇ ਜੁੱਸੇ ਦੇਖਦੇ ਨੇ, ਬੜੇ ਤਕੜੇ ਨੇ, ਵਾਧੂ ਖੁਰਾਕ ਮਿਲਦੀ ਹੈ, ਵਾਧੂ ਕੰਮ ਕਰਦੇ ਨੇ, ਬੜੇ ਤਕੜੇ ਜੁੱਸੇ ਨੇ। ਤੇ ਉਹ ਹੱਸ ਕੇ ਬਾਬੇ ਨਾਨਕ ਜੀ ਨੂੰ ਕਹਿੰਦੇ, ਬਾਬਾ ਜੋ ਜਨਮ ਸਾਖੀ ਦੇ ਬੋਲ ਨੇ, ਕਹਿੰਦਾ ਬਾਬਾ ਤੁਮਨੇ ਤੋਂ ਸਾਨ ਬਣਾ ਛੋੜੇ, ਬਾਬਾ ਤੁਮਨੇ ਤੋਂ ਸਿੱਖ ਸਾਨ ਬਣਾ ਛੋੜੇ। ਬਾਬਾ ਜੀ ਹੱਸ ਪਏ, ਕਹਿੰਦੇ ਭਾਈ ਇਹਦੀ ਵੀ ਜ਼ਰੂਰਤ ਹੈ, ਇਹਦੀ ਵੀ ਜ਼ਰੂਰਤ ਹੈ। ਕੱਲ ਨੂੰ ਦੇਖੋ, ਉਦੋਂ ਕੰਮ ਕਰਕੇ ਬੈਠੇ ਪ੍ਰਸ਼ਾਦਾ ਛਕ ਰਹੇ ਸਨ,
ਉਹਨਾਂ ਦੇ ਸ਼ਰੀਰਾਂ ਵਾਲੀ ਦੇਖ ਕੇ ਕਹਿੰਦੇ ਸਾਧ ਬਣਾ ਛੋੜੇ। ਦੂਜੇ ਦਿਨ ਸੇਵਾ ਕਰਦੇ ਦੇਖੇ, ਸੇਵਾ ਕਰ ਰਹੇ ਨੇ, ਕੋਈ ਕੁਝ ਕਰ ਰਿਹਾ, ਕੋਈ ਕੁਝ ਕਰ ਰਿਹਾ। ਤੇ ਉਹ ਜੋਗੀਆਂ ਨੇ ਦੇਖੇ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਹੁਣ ਕੀ ਕਹਿੰਦੇ? ਕਹਿੰਦੇ ਬਾਬਾ ਤੁਮਨੇ ਤੋਂ ਸਿੱਖ ਇਨਸਾਨ ਬਣਾ ਛੋੜੇ। ਇਨਸਾਨਾਂ ਵਾਲਾ ਕੰਮ ਕਿਰਤ ਕਰਦੇ ਨੇ, ਇੱਕ ਦੂਜੇ ਦੀ ਮਦਦ ਕਰ ਰਹੇ ਨੇ, ਸੇਵਾ ਸਮਝ ਕੇ ਸਾਰਾ ਕੁਝ ਇਕੱਠੇ ਹੋ ਕੇ ਕਰ ਰਹੇ ਨੇ, ਇਨਸਾਨਾਂ ਵਾਲਾ ਕੰਮ ਹੈ। ਬਾਬਾ ਤੁਮਨੇ ਤੋਂ ਸਿੱਖ ਇਨਸਾਨ ਬਣਾ ਛੋੜੇ। ਹੁਣ ਤੀਜਾ ਦਿਨ ਆਇਆ, ਜੋ ਕੀ ਵੇਂਦੇ ਨੇ ਲੰਗਰ ਵਿੱਚ ਸੇਵਾ ਹੋ ਰਹੀ ਹੈ, ਆਪਣੇ ਘਰਾਂ ਤੋਂ ਲਿਆ ਕੇ ਤਿਲਕੁਲ ਲੰਗਰ ਦੇ ਵਿੱਚ ਪਾ ਲੈਂਦੇ ਨੇ, ਇਕੱਠਾ ਪ੍ਰਸ਼ਾਦਾ ਪਾਣੀ ਤਿਆਰ ਹੋ ਜਾਂਦਾ ਹੈ, ਫਿਰ ਸਭਨਾਂ ਨੂੰ ਛਕਾ ਕੇ ਬਾਅਦ ਵਿੱਚ ਆਪ ਛਕਦੇ ਨੇ। ਕਹਿੰਦੇ ਬਾਬਾ ਤੁਮਨੇ ਤੋਂ ਸਿੱਖ ਮਹਾਨ ਬਣਾ ਛੋੜੇ, ਤੂੰ ਤਾਂ ਬੜੇ ਮਹਾਨ ਬਣਾ ਦਿੱਤੇ ਨੇ। ਬਾਬਾ ਜੀ ਦਾ ਉਪਦੇਸ਼ ਹੈ, ਕਹਿੰਦੇ ਕਿਰਤ ਬਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾ ਲੈ। ਭਾਈ ਗੁਰਦਾਸ ਜੀ ਦੇ ਬੋਲ ਨੇ, ਉਹ ਕਹਿੰਦੇ ਧਰਮ ਦੀ ਕਿਰਤ ਕਰਕੇ ਹੱਥੋਂ ਦੇ ਕੇ ਵਾਹਿਗੁਰੂ ਪਰਮਾਤਮਾ ਦਾ ਸ਼ੁਕਰ ਕਰਦੇ ਨੇ। ਤੁਮਨੇ ਤੋਂ ਸਿੱਖ ਮਹਾਨ ਬਣਾ ਛੋੜੇ। ਫਿਰ ਤੀਜਾ ਦਿਨ ਆਇਆ, ਪਹਿਲਾਂ ਥੱਕੇ ਹੋਏ ਸਨ, 2-3 ਦਿਨ ਆਰਾਮ ਕਰਦੇ ਨੇ ਤੇ ਅੱਜ ਅੰਮ੍ਰਿਤ ਵੇਲੇ ਉੱਠ ਖੜੇ ਨੇ। ਅੰਮ੍ਰਿਤ ਵੇਲੇ ਉੱਠ ਕੇ ਕੀ ਵੇਂਦੇ ਨੇ? ਉਹ ਜਿਹੜੇ ਸਿੱਖ ਖੇਤਾਂ ਵਿੱਚ ਕੰਮ ਕਰਦੇ ਨੇ, ਜਿਹੜੇ ਵੰਡ ਕੇ ਛਕਦੇ ਨੇ, ਜਿਹੜੇ ਸੇਵਾ ਕਰਦੇ ਨੇ, ਅੱਜ ਉਹੀ ਗੁਰਬਾਣੀ ਦੀਆਂ ਪੋਥੀਆਂ ਫੜੀ ਬੈਠੇ ਨੇ ਅਤੇ ਜੋ ਗੁਰਬਾਣੀ ਦਾ ਜਪ ਕਰਦੇ ਨੇ, ਗੁਰਬਾਣੀ ਦਾ ਜਪ ਕਰਦੇ, ਸਿਮਰਨ ਕਰਦੇ, ਗੁਰੂ ਪਾਤਸ਼ਾਹ ਦੇ ਉਪਦੇਸ਼ ਸੁਣਦੇ ਤੇ ਕਮਾਉਂਦੇ। ਉਹਨਾਂ ਨੇ ਜਦੋਂ ਦੇਖੇ, ਕਹਿੰਦੇ ਬਾਬਾ ਨਤਮਸਤਕ ਹੋ ਕੇ ਚਰਨੀ ਮੱਥਾ ਟੇਕ ਕੇ ਕਹਿੰਦੇ ਨੇ ਬਾਬਾ ਤੁਮਨੇ ਤੋਂ ਸਿੱਖ ਭਗਵਾਨ ਬਣਾ ਛੋੜੇ। ਪਹਿਲਾਂ ਸਾਨ ਕਹਿੰਦੇ ਸਨ, ਫਿਰ ਇਨਸਾਨ ਕਹਿੰਦੇ ਸਨ, ਫਿਰ ਮਹਾਨ ਕਹਿੰਦੇ ਸਨ। ਕਹਿੰਦੇ ਬਾਬਾ ਕਿਸੇ ਨੇ ਤਾਂ ਸਾਨ ਹੀ ਬਣਾਏ ਨੇ, ਕਿਸੇ ਨੇ ਇਨਸਾਨ ਹੀ ਬਣਾਏ ਨੇ, ਕਿਸੇ ਨੇ ਮਹਾਨ ਹੀ ਬਣਾਏ ਨੇ, ਪਰ ਬਾਬਾ ਇਹ ਤੇਰੀ ਹੀ ਕਿਰਪਾ ਹੈ, ਇਹ ਤੇਰੀ ਹੀ ਮਿਹਰ ਹੈ ਕਿ ਤੂੰ ਐਸੀ ਕਿਰਪਾ ਕੀਤੀ ਸਿੱਖ ਮਹਾਨ ਭਗਵਾਨ ਬਣਾ ਛੋੜੇ। ਤੂੰ ਤਾਂ ਭਗਵਾਨ ਬਣਾ ਦਿੱਤਾ ਇਹਨਾਂ ਨੂੰ। ਭਗਵਾਨ ਵੀ ਤੂੰ ਇਹੀ ਕੁਝ ਕਰ ਰਿਹਾ, ਇਹੀ ਕੰਮ ਭਗਵਾਨ ਦੇ ਨੇ, ਤੇ ਤੂੰ ਆਪਣੇ ਸਿੱਖਾਂ ਨੂੰ ਸਿੱਧਾ ਹੀ ਭਗਵਾਨ ਬਣਾ ਦਿੱਤਾ। ਕਿਸੇ ਨੇ ਭਿਕਸ਼ੂ ਬਣਾਇਆ, ਕਿਸੇ ਨੇ ਜੋਗੀ ਬਣਾਇਆ, ਕਿਸੇ ਨੇ ਕੁਝ ਬਣਾਇਆ, ਪਰ ਇੱਕ ਬਾਬਾ ਨਾਨਕ ਹੀ ਹੈ ਜਿਹਨੇ ਇਸ ਬੰਦੇ ਨੂੰ ਬੰਦਾ ਬਣਾ ਕੇ, ਕਿਉਂਕਿ ਪਾਤਸ਼ਾਹ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿੰਦਾ। ਬੰਦਿਆਂ ਵਾਲਾ ਸਰੀਰ ਜ਼ਰੂਰ ਮਿਲ ਗਿਆ ਹੈ, ਪਰ ਅੰਦਰ ਜਿਹੜੀ ਵਿਰਤੀ ਹੈ ਇਹ ਕਿਸੇ ਦੇ ਕੁੱਤੇ ਦੀ ਕੰਮ ਕਰ ਰਹੀ ਹੈ, ਕਿਸੇ ਦੇ ਹਾਥੀ ਦੀ ਕੰਮ ਕਰ ਰਹੀ ਹੈ, ਕਿਸੇ ਦੇ ਮੱਛੀ ਚਸਕਿਆਂ ਦੇ ਵਿੱਚ, ਜੀਵ ਦੇ ਵਿੱਚ ਉਹਨਾਂ ਦਾ ਕੰਮ ਕਰ ਰਹੀ ਹੈ। ਕਿਸੇ ਦੇ ਅੰਦਰ ਕੁਝ ਬੈਠਾ, ਕਿਸੇ ਦੇ ਅੰਦਰ ਭੇੜੀਏ ਬੜੇ ਬੈਠੇ। ਅਲੱਗ-ਅਲੱਗ ਵਿਰਤੀਆਂ ਜੀਵ ਦੇ ਅੰਦਰ ਭਾਰੂ ਹੋ ਕੇ ਕੰਮ ਕਰ ਰਹੀਆਂ ਨੇ, ਪਰ ਇੱਕ ਬਾਬੇ ਜੀ ਦੀ ਬਾਣੀ ਦੇ ਨਾਲ ਜਿਹੜਾ ਮਨੁੱਖ ਜੁੜ ਗਿਆ, ਇਹ ਨਹੀਂ ਹੈ ਕਿ ਬਾਣਾ ਪਾ ਕੇ ਉਹ ਭਗਵਾਨ ਬਣ ਗਿਆ ਹੈ। ਪਾਤਸ਼ਾਹ ਕਹਿੰਦੇ ਇਹ ਬਿਲਕੁਲ ਨਹੀਂ ਹੈ। ਗੁਰੂ ਦਸਵੇਂ ਪਾਤਸ਼ਾਹ ਜੀ ਨੇ ਖੋਤੇ ਦੇ ਉੱਪਰ ਸ਼ੇਰ ਦੀ ਖੱਲ ਪਵਾ ਦਿੱਤੀ ਸੀ। ਉਹਦਾ ਕਾਰਨ ਹੀ ਇਹ ਸੀ ਕਿ ਭਾਈ ਜੋ ਤੁਹਾਨੂੰ ਮੈਂ ਅੰਮ੍ਰਿਤ ਛਕਾ ਕੇ ਬਾਣਾ ਬਾਣੀ ਦਾ ਬਖਸ਼ ਦਿੱਤਾ, ਪਰ ਕਿਤੇ ਇਹ ਨਾ ਹੋਏ ਕਿ ਇਕੱਲਾ ਬਾਣਾ ਪਾ ਕੇ ਆਕੜੇ ਫਿਰੋ, ਹੰਕਾਰੇ ਫਿਰੋ ਕਿ ਅਸੀਂ ਬਾਣਾ ਪਾ ਲਿਆ, ਹੁਣ ਸਿੱਧਾ ਹੀ ਗੁਰੂ ਗੋਬਿੰਦ ਸਿੰਘ ਦੇ ਨਾਲ ਰਿਸ਼ਤੇਦਾਰੀ ਪਾ ਲਈ। ਇਹ ਨਹੀਂ, ਦਾਖਲਾ ਲਿਆ ਹੈ ਤੇ ਦਾਖਲਾ ਲੈ ਕੇ ਜੋ ਹਰ ਇੱਕ ਬੰਦਾ ਅਵਲ ਨਹੀਂ ਹੁੰਦਾ ਹੁੰਦਾ, ਦਾਖਲਾ ਲੈ ਕੇ ਜੋ ਪੜ੍ਹਾਈ ਕਰਨੀ ਪੈਂਦੀ ਹੈ, ਪੜ੍ਹਾਈ ਕਰਕੇ ਕੁਝ ਫੇਲ ਵੀ ਹੁੰਦੇ ਨੇ, ਕਈਆਂ ਦੀ ਸਫਲੀਆਂ ਵੀ ਆ ਜਾਂਦੀਆਂ ਨੇ, ਜੋ ਕਈ ਪਾਸ ਹੁੰਦੇ ਨੇ ਤੇ ਕੋਈ ਵਿਰਲੇ ਨੇ ਜਿਹੜੇ ਬਹੁਤੀ ਮਿਹਨਤ ਕਰਕੇ ਜੋ ਅਵਲ ਦਰਜੇ ਵਿੱਚ ਪਾਸ ਹੋ ਕੇ ਜੋ ਆਪਣੇ ਨਾਮ ਜਿਹੜੇ ਹਨ ਉਹ ਕੰਧਾਂ ਦੇ ਉੱਪਰ ਲਿਖਵਾ ਲੈਂਦੇ ਨੇ ਕਿ ਆਹ ਬੰਦਾ ਜ਼ਿਲ੍ਹੇ ਵਿੱਚੋਂ ਜਾਂ ਪੂਰੇ ਪੰਜਾਬ ਦੇ ਵਿੱਚੋਂ ਜਾਂ ਪੂਰੇ ਭਾਰਤ ਭਰ ਦੇ ਵਿੱਚੋਂ ਫਸਟ ਆਇਆ ਹੈ, ਸੈਕੰਡ ਆਇਆ ਹੈ, ਥਰਡ ਆਇਆ ਹੈ। ਉਹਦੇ ਲਈ ਮਿਹਨਤ ਕਰਨੀ ਜ਼ਰੂਰੀ ਹੈ। तो पातशाह भी यही कहते हैं भाई बाणी बाणी के धार्मिक होना जरूरी है, पर इकल्ले धार्मिक होकर उत्थे रुक नहीं जाना। उत्थे जिम्मेवारी बनती है कि उदों वध जो गुरबाणी नूं समझिया जाए, पढ़िया जाए, उन्हें कमाया जाए। ते पातशाह कहते हैं जे को बचन कमावे संतन का सो गुर प्रसादी करिए। जिहड़ा गुरु के बचनों को पहला तो पढ़ना पैंदा है, पढ़ के उन्हें समझना पैंदा है, पहली बारी समझ नहीं आ जाती।
ਪਹਿਲਾਂ ਪੜ੍ਹੀ ਜਾਓ, ਫਿਰ ਉਹਨੂੰ ਸਮਝੋ ਤੇ ਸਮਝ ਕੇ ਫਿਰ ਉਹਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰੋ। ਬਾਬੇ ਨਾਨਕ ਦੇ ਉਪਦੇਸ਼ਾਂ ਨੂੰ ਜੇ ਲਾਗੂ ਕਰ ਲਾਂਗੇ, ਕਮਾ ਲਾਂਗੇ, ਤਾਂ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਗੁਰ ਪ੍ਰਸਾਦੀ ਜਰੀਏ ਫਿਰ ਗੁਰੂ ਦੀ ਕਿਰਪਾ ਹੋਏਗੀ, ਸੰਸਾਰ ਸਾਗਰ ਤੋਂ ਤਰ ਜਾਵਾਂਗੇ। ਸੋ ਬੇਨਤੀ ਹੈ ਕੜਾ ਵਾਲੇ ਵੀਰਾਂ ਨੂੰ ਭਾਈ, ਜੋ ਚਾਹ ਪਾਣੀ ਦੇ ਲੰਗਰ ਤਿਆਰ ਕੀਤੇ ਗਏ ਨੇ, ਉਹ ਜੋ ਸੰਗਤਾਂ ਦੇ ਵਿੱਚ ਵਰਤਾਉਣ ਦੀ ਕਿਰਪਾਲਤਾ ਕਰੋ। ਜੋ ਸਤਿਗੁਰੂ ਪਾਤਸ਼ਾਹ ਦੀ ਬਾਣੀ ਪੜ੍ਹਦਿਆਂ, ਕੀਰਤਨ ਵਿਚਾਰਾਂ ਕਰਦਿਆਂ ਬੇਅੰਤ ਕਿਸਮ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਨੇ ਪਾਤਸ਼ਾਹ ਜੀ, ਅਤੇ ਪਾਤਸ਼ਾਹ ਜੀ ਦੀ ਸੰਗਤ ਬਖਸ਼ਣਯੋਗ ਹੈ, ਬਖਸ਼ ਲੈਣਾ ਜੀ। ਆਓ ਆਪਾਂ ਇੱਕ ਸ਼ਬਦ ਪੜ੍ਹ ਕੇ ਸਮਾਪਤੀ ਕਰਾਂਗੇ ਜੀ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਭਾਈ ਹੁਣ ਚਾਹ ਪਾਣੀ ਵਰਤੇਗਾ, ਜੋ ਰੌਲਾ ਨਾ ਪਾਇਓ। ਜੋ ਸਤਿਗੁਰੂ ਪਾਤਸ਼ਾਹ ਜੀ ਦਾ ਭਉ ਤੇ ਭੈ ਮੰਨਦੇ ਹੋਏ ਜੋ ਚੁੱਪ ਕਰਕੇ ਚਾਹ ਪਾਣੀ ਦਾ ਲੰਗਰ ਛਕਿਓ ਤੇ ਗੁਰਬਾਣੀ ਕੀਰਤਨ ਸਰਵਣ ਕਰਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ। ਮਹਿਮਾ ਸਾਧੂ ਸੰਗ ਕੀ ਸੁਨੋ ਮੇਰੇ ਮੀਤਾ।
ज्यों धरती चरण तले
अमृत गन कासी उजरी ताको जस उरे तारो अटल भयो तू जाके सिमरन और निर्भय पद पाया दुख हरता एह विद को स्वामी तै काहे बिसराया जब ही शरण गई कृपा नित गज गराते छुटा मेहमाना कहाँ लोवरना राम कहत बंधन तेह टूटा अजमल पापी जग जाने निमक माही निसतारा नानक कहत चेत चिंता मन तै पी उतरै पारा मैंने कोई कोट अगमरे निर्मल पाए चीता मैंने कोई कोट अगमरे निर्मल पाए चीता साधु संगी स्मरण मेरे मीता साधु संगी स्मरण मेरे मीता पिंगल पारिवत पार परी हल चक्र बकीता गुर सतगुर का जो सिखे खाए सो फल के उठ हर नाम दियावे उत्तम करे फल की पल भाते स्नान करे अमृत सरनावे उपदेश गुरु हर हर जप जपे सब किल विख पाप दुख ले जावे फिर चढ़े दिवस गुरबाणी गावे बहिंदियां उठदियां हर नाम ते आवे जो सास गिरास त्याए मेरा हर हर सो गुर सिख गुरु मन पावे जिसनु दयाल होवे मेरा स्वामी तिस गुर सिख गुरु उपदेश सुनावे जन नानक धूड़ मंगे तिस गुर सिख की जो आप जपे अवर नाम जपावे पिंगल पारिवत पार परी हल चक्र बकीता अंधले में पवन सोचिया गुर वेद पुनीता महिमा
ਸੋ ਪਹਿਲੇ ਉਪਕਾਰ ਦੀ ਸਮਾਪਤੀ ਹੈ। ਭਾਈ ਧੰਨਵਾਦ ਭਾਈ ਗੋਗਾ ਸਿੰਘ ਜੀ ਅਤੇ ਸਮੂਹ ਇਸ ਕਮੇਟੀ ਦਾ, ਜਿਨ੍ਹਾਂ ਨੇ ਬੜੇ ਢੰਗ ਦੇ ਨਾਲ ਸੇਵਾ ਕੀਤੀ। ਸਾਰੀਆਂ ਸੰਗਤਾਂ ਦਾ ਧੰਨਵਾਦ। ਇਸੇ ਤਰ੍ਹਾਂ ਭਾਈ ਆਪਾਂ ਸਾਰੀਆਂ ਸੰਗਤਾਂ ਨੇ ਰਹਿਣਾ ਹੈ, ਜੋ ਕਾਹਲੀ ਨਾ ਕਰੇ।